कविता कथा कारवां अदब का ये है गुलसितां। वाहिगुरु जी का खालसा वाहिगुरु जी की फतेह। मैं सब तो पहला कविता कथा कारवां दे मंच ते जो मेन फाउंडर मैंबर ने जसप्रीत कौर फलक जी उन्हों का बहुत बहुत धन्यवाद करती हाँ जिन्होंने मैनू अज मंच संचालन की सेवा निभाने का मौका दिता है। सो हुण मैं अज के अपने कवि दरबार की शुरुआत करने लगी हाँ। सो अज का जो कवि दरबार है बाला प्रीतम चोजी प्रीतम धन धन साहिब श्री गुरु हरकृष्ण पातशाह जी के प्रकाश पुरब नूं समर्पित अज का जो कवि दरबार है। सो मैं डॉक्टर हरी सिंह जाचक जी नूं सब तो पहला जो अज के साडे विशेष मेहमान ने ते मेरे उस्ताद जी भी ने मैं उन्हां नूं बेनती करांगी कि वो अपने आके अपनी कविता ते अपना जो लैक्चर है वो देंगे। सब तो पहला डॉक्टर हरी सिंह जाचक जी ਜਿਹੜੇ ਕਿ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ ਤੇ ਪੰਜਾਬੀ ਇੰਟਰਨੈਸ਼ਨਲ ਕਵੀ ਹਨ। ਬਹੁਤ ਸਾਰੇ ਕਾਵ ਸੰਗ੍ਰਹਿ ਇਹਨਾਂ ਨੇ ਸਾਹਿਤ ਦੀ ਝੋਲੀ ਪਾਏ ਹਨ। ਉੱਭਰਦੇ ਕਵੀਆਂ ਨੂੰ ਵਿਸ਼ੇਸ਼ ਮੌਕਾ ਦਿੱਤਾ ਹੈ ਤਾਂ ਕਿ ਉਹ ਆਪਣੀਆਂ ਰਚਨਾਵਾਂ ਨੂੰ ਪੇਸ਼ ਕਰ ਸਕਣ ਤੇ ਆਪਣੀ ਸੰਸਾਰ ਦੇ ਵਿੱਚ ਪਹਿਚਾਣ ਬਣਾ ਸਕਣ। ਸੋ ਮੈਂ ਡਾਕਟਰ ਹਰੀ ਸਿੰਘ ਜਾਚਕ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਆ ਕੇ ਆਪਣੀ ਕਵਿਤਾ ਪੇਸ਼ ਕਰਨ। डॉक्टर हरि सिंह जाचक जी। वाहिगुरु जी का खालसा वाहिगुरु जी की फतेह। बहुत ही सत्कारयोग कवित्री जो फलक जी ने जसप्रीत कौर इन्हां ने अज अपनी जो संस्था है कविता कथा कारवां उस दे वल्लों साहिब श्री गुरु हरकृष्ण महाराज 8वें पातशाह जी के पावन प्रकाश पुरब नूं समर्पित ਇਹ ਆਨਲਾਈਨ ਕਵੀ ਦਰਬਾਰ ਕਰਵਾ ਰਹੇ ਹਨ। ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਾਤਸ਼ਾਹ ਦੇ ਪ੍ਰਕਾਸ਼ ਦੀਆਂ ਵੀ ਤੇ ਅੱਜ ਜੋ ਇਹ ਕਵੀ ਦਰਬਾਰ ਕਰਵਾ ਰਹੇ ਨੇ ਇਸ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ। ਤੋ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਉਹਨਾਂ ਦੇ ਪਾਵਨ ਜੀਵਨ ਇਤਿਹਾਸ ਬਾਰੇ ਸਾਰੀ ਦੁਨੀਆ ਜਾਣਦੀ ਹੈ। ਛੋਟੀ ਉਮਰ ਦੇ ਵਿੱਚ ਵੱਡੇ ਕੰਮ ਕੀਤੇ ਉਹਨਾਂ ਨੇ। ਮਾਤਾ ਕਿਸ਼ਨ ਕੌਰ ਜੀ ਦੀ ਕੁੱਖ ਤੋਂ ਜਨਮ ਲੈ ਕੇ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ ਉਹਨਾਂ ਦੇ ਲਾਡਲੇ ਸਪੁੱਤਰ ਸਨ ਤੇ ਗੁਰਗੱਦੀ ਤੇ ਬੈਠ ਕੇ ਇਹਨਾਂ ਨੇ ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਬੜੀ ਛੋਟੀ ਉਮਰ 'ਚ ਕੀਤਾ ਤੇ ਦਿੱਲੀ ਵਿਖੇ ਜਿੱਥੇ ਅੱਜ ਕੱਲ੍ਹ ਰਕਾਬਗੰਜ ਗੁਰਦੁਆਰਾ ਸੁਸ਼ੋਭਿਤ ਹੈ ਉੱਥੇ ਚੜ੍ਹਾਈ ਕੀਤੀ। ਤੋ ਆਓ ਉਹਨਾਂ ਦੇ ਪਾਵਨ ਜੀਵਨ ਇਤਿਹਾਸ ਦੀਆਂ ਕੁਝ ਝਲਕੀਆਂ ਆਪ ਜੀ ਦੇ ਨਾਲ ਕਵਿਤਾ ਰੂਪ ਵਿੱਚ ਸਾਂਝੀਆਂ ਕਰਨ ਜਾ ਰਿਹਾ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। 7ਵੇਂ ਮਾਹ ਦੀ 7 ਤਰੀਕ ਸੋਹਣੀ ਪ੍ਰਗਟੇ ਗੁਰੂ 8ਵੇਂ ਕੀਰਤਪੁਰ ਹੈ ਸੀ। ਖਿੜਿਆ ਫੁੱਲ ਤੇ ਭੌਰਿਆਂ ਗੀਤ ਗਾਏ ਕੱਢੀ ਕੋਇਲਾ ਨੇ ਮਿੱਠੀ ਜਈ ਸੁਰ ਹੈ ਸੀ। ਰਹਿ ਕੇ ਬਾਣੀ ਚ ਸ਼ੁਰੂ ਤੋਂ ਲੀਨ ਹਰਦਮ ਗੁਰੂ ਪਿਤਾ ਦੇ ਰਸਤੇ ਪਏ ਤੁਰ ਹੈ ਸੀ। ਤੇ 5 ਸਾਲ ਦੀ ਨਿਕੜੀ ਉਮਰ ਸੀ ਜਦ ਬੈਠੇ ਗੁਰ ਗੱਦੀ 8ਵੇਂ ਗੁਰ ਹੈ ਸੀ। 5 ਸਾਲ ਦੀ ਨਿਕੜੀ ਉਮਰ ਸੀ ਜਦ ਬੈਠੇ ਗੁਰ ਗੱਦੀ 8ਵੇਂ ਗੁਰ ਹੈ ਸੀ। तो बाल गुरु गुरगद्दी ते बैठ के ते दैवी चानन ते बख्शी अगवाई सोहनी नानक जोत नूरानी हुण बदल चोला इस बालक दे रूप विच आई सोहनी दैवी शक्तियां सदका ही पातशाह ने जिम्मेवारी सी तोड़ निभाई सोहनी। जिस डिठे सब दुख जाए लिख के 10वें पिता ने कीती वडियाई सोहनी। श्री अकाल। जिस डिठे सब दुख जाए लिख के 10वें पिता ने कीती वडियाई सोहनी। तो एक जो दुखांत वापरिया गुरु घर दे अंदर ਸਾਹਿਬ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਦਾ ਵੱਡਾ ਜੋ ਸੁਪੁੱਤਰ ਸੀ ਰਾਮ ਰਾਏ
ਉਸਨੇ ਔਰੰਗਜ਼ੇਬ ਦੇ ਨਾਲ ਮਿਲ ਕੇ ਬਾਣੀ ਦੇ ਅਰਥ ਉਲਟ ਕੀਤੇ। ਉਹ ਕਿਸ ਤਰ੍ਹਾਂ ਸੀ ਕਿ ਰਾਮ ਰਾਏ ਦੀ ਬੁੱਧੀ ਸੀ ਗਈ ਭ੍ਰਿਸ਼ਟੀ। ਰਾਮ ਰਾਏ ਦੀ ਬੁੱਧੀ ਸੀ ਗਈ ਭ੍ਰਿਸ਼ਟੀ। ਕਿਹਾ ਗੁਰਾਂ ਨੂੰ ਮਾਤਾ ਦਾ ਮਾਲ ਉਸਨੇ ਲੈਣ ਵਾਸਤੇ ਪਾਵਨ ਗੁਰਿਆਈ ਤਾਈ ਚੱਲੀ ਬੜੀ ਹੀ ਕੋਝੀ ਸੀ। ਚਾਲ ਉਸਨੇ ਲਾਲਚ ਵਸ ਮਸੰਦਾ ਨੂੰ ਕਰਕੇ ਤੇ ਗੰਢ ਲਿਆ ਸੀ ਆਪਣੇ ਨਾਲ। ਉਸਨੇ ਮਦਦ ਮੰਗੀ ਫਿਰ ਔਰੰਗਜ਼ੇਬ ਕੋਲੋਂ, ਗਲਦੀ ਵੇਖੀ ਨਾ ਜਦ ਕੋਈ ਦਾਲ। ਉਸਨੇ ਨੂਰ ਸਾਹਿਬ ਮਦਦ ਮੰਗੀ ਫਿਰ ਔਰੰਗਜ਼ੇਬ ਕੋਲੋਂ, ਗਲਦੀ ਵੇਖੀ ਨਾ ਜਦੋਂ ਕੋਈ ਦਾਲ। ਉਸਨੇ ਤੇ ਸੱਦਾ ਆਇਆ ਸੀ ਜਦੋਂ ਫਿਰ ਬਾਦਸ਼ਾਹ ਦਾ, ਗੁਰਾਂ ਜਾਣ ਤੋਂ ਕੀਤਾ ਇਨਕਾਰ। ਉਦੋਂ ਸੱਦਾ ਆਇਆ ਸੀ ਜਦੋਂ ਫਿਰ ਬਾਦਸ਼ਾਹ ਦਾ, ਗੁਰਾਂ ਜਾਣ ਤੋਂ ਕੀਤਾ ਇਨਕਾਰ। ਉਦੋਂ ਅਰਜ ਮਨ ਐਪਰ ਰਾਜਾ ਜੈ ਸਿੰਘ ਦੀ ਹੋ ਗਏ ਗੁਰੂ ਜੀ ਫੇਰ ਤਿਆਰ। ਉਦੋਂ ਬਾਲਾ ਪ੍ਰੀਤਮ ਨਾਲ ਦਿੱਲੀ ਨੂੰ ਜਾਣ ਦੇ ਲਈ ਆ ਸੰਗਤਾਂ ਤੁਰੀਆਂ ਸੀ ਬੇਸ਼ੁਮਾਰ। ਉਦੋਂ ਉੱਗੇ ਸਿੱਖਾਂ ਤੋਂ ਬਿਨਾ ਸਭ ਮੋੜ ਦਿੱਤੀਆਂ, ਪਹੁੰਚ ਪੰਜੋਖਰੇ ਨੂਰੀ ਨੁਹਾਰ। ਉਦੋਂ ਉੱਗੇ ਸਿੱਖਾਂ ਤੋਂ ਬਿਨਾ ਸਭ ਮੋੜ ਦਿੱਤੀਆਂ, ਪਹੁੰਚ ਪੰਜੋਖਰੇ ਅੰਬਾਲਾ ਦੇ ਵਿੱਚ ਜੋ ਸ਼ਹਿਰ ਦੇ ਨਾਲ ਲੱਗਦਾ ਕਸਬਾ ਪੰਜੋਖਰਾ ਹੈ, ਪਹੁੰਚ ਪੰਜੋਖਰੇ ਨੂਰੀ ਨੁਹਾਰ। ਉਦੋਂ ਇੱਕ ਹੋਰ ਇਤਿਹਾਸਕ ਬਾਤ ਕਹਿਣ ਜਾ ਰਿਹਾ ਫਲਕ ਜੀ, ਕਿ ਭੁੱਲੜ ਬ੍ਰਾਹਮਣ ਪੰਜੋਖੜੇ ਵਿਖੇ ਆ ਕੇ ਗੁਰੂ ਸਾਹਿਬ ਨਾਲ ਜਦੋਂ ਤਕਰਾਰ ਕੀਤਾ, ਭੁੱਲੜ ਬ੍ਰਾਹਮਣ ਪੰਜੋਖੜੇ ਵਿਖੇ ਆ ਕੇ ਗੁਰੂ ਸਾਹਿਬ ਨਾਲ ਜਦੋਂ ਤਕਰਾਰ ਕੀਤਾ, ਆ ਛੱਜੂ ਝੂਰ ਤੇ ਮਿਹਰ ਦੀ ਨਜ਼ਰ ਕਰਕੇ ਅਨਪੜ ਤਾਈ ਵਿਦਵਾਨ ਦਾਤਾਰ ਕੀਤਾ। ਦਿਵ ਦ੍ਰਿਸ਼ਟ ਨਾਲ ਛੱਜੂ ਦੇ ਮੁਖ ਵਿੱਚੋਂ ਪਾਵਨ ਗੀਤਾ ਦਾ ਅਰਥ ਵਿਚਾਰ ਕੀਤਾ, ਤੇ ਕੌਤਕ ਤੱਕ ਸਾਰਾ ਕਿਸ਼ਨ ਲਾਲ ਪੰਡਿਤ ਚਰਨਾਂ ਵਿੱਚ ਢਹਿ ਕੇ ਨਮਸਕਾਰ ਕੀਤਾ। ਕੌਤਕ ਤੱਕ ਸਾਰਾ ਕਿਸ਼ਨ ਲਾਲ ਪੰਡਿਤ ਚਰਨਾਂ ਵਿੱਚ ਢਹਿ ਕੇ ਨਮਸਕਾਰ ਕੀਤਾ। ਤੋ ਐਡਵੋਕੇਟ ਭਵਨੀਤ ਕੌਰ ਜੀ ਇੱਕ ਗੱਲ ਕਹਿ ਰਿਹਾ ਕਿ ਸਾਰੇ ਰਾਹ ਵਿੱਚ ਤਾਰ ਕੇ ਸੰਗਤਾਂ ਨੂੰ ਆਖਰ ਚੱਲ ਕੇ ਦਿੱਲੀ ਨੂੰ ਆਏ ਸਤਿਗੁਰ। ਸਾਰੇ ਰਾਹ ਵਿੱਚ ਤਾਰ ਕੇ ਸੰਗਤਾਂ ਨੂੰ ਆਖਰ ਚੱਲ ਕੇ ਦਿੱਲੀ ਨੂੰ ਆਏ ਸਤਿਗੁਰ। ਰਾਜਾ ਜੈ ਸਿੰਘ ਦੇ ਸੁੰਦਰ ਬੰਗਲੇ ਵਿੱਚ ਨਾਲ ਅਦਬ ਦੇ ਗਏ ਠਹਿਰਾਏ ਸਤਿਗੁਰ। ਸਿੱਖ ਧਰਮ ਦਾ ਕਰਨ ਪ੍ਰਚਾਰ ਲੱਗੇ, ਹਰ ਰੋਜ਼ ਦੀਵਾਨ ਸਜਾਏ ਸਤਿਗੁਰ। ਤੇ ਔਰੰਗਜ਼ੇਬ ਨੂੰ ਮਿਲਣ ਤੋਂ ਨਾ ਕਰਕੇ ਗੁਰੂ ਪਿਤਾ ਦੇ ਬਚਨ ਨਿਭਾਏ ਸਤਿਗੁਰ। ਔਰੰਗਜ਼ੇਬ ਨੂੰ ਮਿਲਣ ਤੋਂ ਨਾ ਕਰਕੇ ਗੁਰੂ ਪਿਤਾ ਦੇ ਬਚਨ ਨਿਭਾਏ ਸਤਿਗੁਰ। ਲਾਸਟ ਬਟ ਨੋਟ ਲੀਸਟ ਡਾਕਟਰ ਰਮਨਦੀਪ ਸਿੰਘ ਜੀ, ਇਹ ਰਾਣੀ ਜੈ ਸਿੰਘ ਜਦੋਂ ਸੀ ਪਰਖ ਕੀਤੀ, ਰਾਣੀ ਜੈ ਸਿੰਘ ਜਦੋਂ ਸੀ ਪਰਖ ਕੀਤੀ, ਚਰਨ ਉਸੇ ਦੀ ਗੋਦੀ ਵਿੱਚ ਪਾਏ ਦਿੱਲੀ। ਆ ਸੇਵਾ ਕੀਤੀ ਸੀ ਦੁਖੀਆਂ ਤੇ ਰੋਗੀਆਂ ਦੀ, ਜਿਹੜੇ ਹੋਏ ਸੀ ਬੜੇ ਘਬਰਾਏ ਦਿੱਲੀ। ਸਾਰੇ ਪਿੰਡੇ ਤੇ ਉਦੋਂ ਫਿਰ ਪਾਤਸ਼ਾਹ ਦੇ ਛਾਲੇ ਚੇਚਕ ਦੇ ਨਿਕਲ ਸੀ ਆਏ ਦਿੱਲੀ। ਤੇ ਮੁਖੋਂ ਬਾਬਾ ਬਕਾਲਾ ਫਿਰ ਕਹਿ ਜਾਚਕ, ਜੋਤੀ ਜੋਤ ਸੀ ਆਖਰ ਸਮਾਏ ਦਿੱਲੀ। ਮੁਖੋਂ ਬਾਬਾ ਬਕਾਲਾ ਫਿਰ ਕਹਿ ਜਾਚਕ, ਜੋਤੀ ਜੋਤ ਸੀ ਆਖਰ ਸਮਾਏ ਦਿੱਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਮਹਾਨ ਪੰਥਕ ਕਵੀ ਸ਼ਾਇਰ ਡਾਕਟਰ ਹਰੀ ਸਿੰਘ ਜਾਚਕ ਜੀ, ਜੋ ਪੇਸ਼ੇ ਵਜੋਂ ਆਰਮੀ ਤੋਂ ਰਿਟਾਇਰਡ ਆਫਿਸਰ ਨੇ, ਤੇ ਬਹੁਤ ਹੀ ਵਧੀਆ ਤੇ ਸੁਚੱਜੇ
कोई इन्हां दी जान पहचान दा कोई मुताज नहीं है, हर एक पर्सन जानदा है, इंटरनेशनल कोई भी ते बहुत सारियां कवितावां ते ਸਾਹਿਤ राਹੀਂ मां बोली ते पंथ दी सेवा कर रहे ने। सो हुण मैं डॉक्टर रमनदीप सिंह दीप जी ਨੂੰ ਬੇਨਤੀ ਕਰਾਂਗੀ ਕਿ ਉਹ ਆਪਣੀ ਕਵਿਤਾ ਲੈ ਕੇ ਪੇਸ਼ ਹੋਣ। ਡਾਕਟਰ ਰਮਨਦੀਪ ਸਿੰਘ ਦੀਪ ਜੀ ਪੇਸ਼ੇ ਵਜੋਂ ਜੋ ਡਾਕਟਰ ਨੇ ਤੇ ਪੰਥ ਦੀਆਂ ਸਟੇਜਾਂ ਦੇ ਉੱਤੇ ਆਪਣੀਆਂ ਕਵਿਤਾਵਾਂ ਪੇਸ਼ ਕਰਦੇ ਨੇ ਤੇ ਇਹਨਾਂ ਦੀਆਂ ਕਾਫੀ ਪੁਸਤਕਾਂ ਦੇ ਵਿੱਚ ਕਵਿਤਾਵਾਂ ਵੀ ਛਪ ਚੁੱਕੀਆਂ ਨੇ ਤੇ ਅਕਸਰ ਤੇ ਪੰਥਕ ਸਟੇਜਾਂ ਸਾਂਝੀਆਂ ਕਰਦੇ ਨੇ। ਸੋ ਮੈਂ ਹੁਣ ਡਾਕਟਰ ਰਮਨਦੀਪ ਸਿੰਘ ਦੀਪ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਆਪਣੀ ਰਚਨਾ ਪੇਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਰਮਨਦੀਪ ਸਿੰਘ ਦੀਪ। बहुत बहुत धन्यवाद अदारा कविता कथा कारवा मंच वालों जो मंच के प्रधान प्रोफैसर जसप्रीत कौर फलक जी ने गुरु हरकृष्ण साहब जी के आगमन पूर्व के संबंध में जो ये अज तक कवि दरबार उलीकिया है, और सब तो पहला पातशाह की बख्शी हुई फतेह बुलंद करिए जी। वाहिगुरू जी का खालसा, वाहिगुरू जी की फतेह। जो अज के इस कवि दरबार विच अपनी हाजिरी लगवान जा रहा जी, कविता श्रवण करना जी कि 5 साल दी बाल अवस्था दे विच गुरगद्दी दी सेवा संभाल मिल गई। 5 साल दी बाल अवस्था दे विच गुरगद्दी दी सेवा संभाल मिल गई ते गुरु नानक दे वेले तो जो चलदी जागत जोत किरपा दे नाल मिल गई ते बड़े सुचज्जे तरीके दे नाल दाता आई हर मुसीबत नूं हल कीता। राम राय नूं भी मूंह दी पई खानी पावन गुरियाई लई उसने छल कीता ते पंडित लाल चंद होमे विच आके ते गुरु साहिब नाल करन तकरार लगा। पंडित लाल चंद होमे विच आके ते गुरु साहिब नाल करन तकरार लगा। अर्थ गीता दे जेकर सुना देवो शब्द जाल विच फसाउन दतार लगा ते पातशाह छज्जू झूर वाल निगाह मारी ओ मंद ही मंद मुस्कान लगा। पातशाह छज्जू झूर वाल निगाह मारी ओ मंद ही मंद मुस्कान लगा। सिर ते छड़ी टिकाई जद पातशाह ने अर्थ गीता दे सारे सुनाउन लगा ते कौतक देख के पंडित हैरान होया पैरां विच सिर पातशाह दे धर दिता। कौतक देख के पंडित हैरान होया पैरां विच सिर पातशाह दे धर दिता। असीसां दे के पिंड पजोखरे नूं रुख दिल्ली दे वल नूं कर दिता ते दिल्ली पहुंच के बाला प्रीतम जी तां राजा जय सिंह दे महलां विच आण पहुंचे। दिल्ली पहुंच के बाला प्रीतम जी तां राजा जय सिंह दे महलां विच आण पहुंचे। दासियां विच बैठी रानी जो परख करदी उसदी गोदी नूं देण लई मान पहुंचे ते औरंगजेब नूं मिलन तो ना करके पातशाह पिता दे हुक्म नूं पालिया सी। फैली हुई बीमारी जो विच दिल्ली आप सेवा कर रोग नूं टालिया सी ते जेड़ा नूरी चेहरा एक बार तक लैंदा उसदे दुख सारे सदा लई नाश हुंदे। जेड़ा नूरी चेहरा एक बार तक लैंदा ओदे दुख सारे सदा लई नाश हुंदे। भर के झोलियां मुरादां दी लै जांदे दीप दर ते जो लैके आए आस हुंदे। दीप दर ते जो लैके आए आस हुंदे। दीप दर ते जो लैके आए आस हुंदे। होइया पुलंग गज के फतेह बुलाओ जी। वाहिगुरू जी का खालसा, वाहिगुरू जी की फतेह। हुण मैं बेनती करांगा एडवोकेट बमनीत कौर जी जिन्होंने LLB LLM की हुई है और अपनी जो प्रैक्टिस है अजकल खरड़ विखे
ਔਰ ਨਾਲ ਹੀ ਨਾਲ ਗੁਰਦਾਸਪੁਰ ਵਿਖੇ 2 ਜਗ੍ਹਾ ਤੇ ਨਿਭਾ ਰਹੇ ਹਨ। ਪੰਥਕ ਸਟੇਜਾਂ ਦਾ ਮਾਣ ਬੜਾ ਇਹਨਾਂ ਨੂੰ ਮਿਲਿਆ ਹੈ। ਔਰ ਅੱਜ ਦੇ ਜੋ ਕਵਿਤਾ ਕਥਾਕਾਰਾਂ ਮੰਚ ਵਿੱਚ ਜੋ ਸਟੇਜ ਸਕੱਤਰ ਦੀ ਜੋ ਸੇਵਾ ਬੜੀ ਬਖੂਬੀ ਨਿਭਾ ਰਹੇ ਹਨ, ਮੈਂ ਬੇਨਤੀ ਕਰਾਂਗਾ ਐਡਵੋਕੇਟ ਬਵਨੀਤ ਕੌਰ ਜੀ ਨੂੰ ਕਿ ਉਹ ਆਪਣੀ ਕਵਿਤਾ ਆਪ ਜੀ ਨਾਲ ਸਾਂਝੀ ਕਰਨ ਜੀ। ਐਡਵੋਕੇਟ ਬਵਨੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਫਲਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੀ ਰਚਨਾ, ਕਵਿਤਾ, ਕਥਾ, ਕਾਰਵਾ ਮੰਚ ਤੋਂ ਪੇਸ਼ ਕਰਨ ਦਾ ਮੌਕਾ ਦਿੱਤਾ। ਤੇ ਹੁਣ ਮੈਂ ਆਪਣੀ ਮੌਲਿਕ ਰਚਨਾ ਸ਼੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਤੇ ਪੇਸ਼ ਕਰਨ ਜਾ ਰਹੀ ਹਾਂ। ਅਸੀਂ ਸੁਣਨਾ ਜਿਓ। ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਗੁਰੂ ਤੇਗ ਬਹਾਦਰ ਸਿਮਰਿਐ ਕਰਨੋ ਨਿਧ ਆਵੇ ਤਾਏ। ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਬਾਲਾ ਪ੍ਰੀਤਮ ਅਠਵੇਂ ਸਤਿਗੁਰ ਕੀਰਤਪੁਰ ਵਿੱਚ ਆਏ। ਗੁਰੂ ਹਰਿ ਰਾਏ ਜੀ ਪਿਤਾ ਬਾਲਕ ਦੇ ਮਾਂ ਕ੍ਰਿਸ਼ਨ ਕੌਰ ਤੇ ਜਾਏ। ਛੋਟੀ ਉਮਰ ਚ ਹੀ ਮੇਰੇ ਸਤਿਗੁਰ, ਛੋਟੀ ਉਮਰ ਚ ਹੀ ਮੇਰੇ ਸਤਿਗੁਰ ਵੱਡੀ ਚੋਜ ਰਚਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। 5 ਸਾਲ ਦੀ ਉਮਰ ਚ ਸਤਿਗੁਰ ਬੈਠੇ ਨੇ ਗੁਰਗੱਦੀ। 5 ਸਾਲ ਦੀ ਉਮਰ ਚ ਸਤਿਗੁਰ ਬੈਠੇ ਨੇ ਗੁਰਗੱਦੀ। ਛੋਟੀ ਉਮਰ ਚ ਹੀ ਮੇਰੇ ਸਤਿਗੁਰ ਸੇਵ ਕਮਾਈ ਵੱਡੀ। ਲਾਲ ਚੰਦ ਦਾ ਹੰਕਾਰ ਤੋੜਨ ਲਈ, ਲਾਲ ਚੰਦ ਦਾ ਛੱਜੂ ਚੀਵਰ ਤੋਂ ਅਰਿਥ ਕਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਸਤਿਗੁਰ ਚਰਨ ਸਿਪਾਏ। ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਸਤਿਗੁਰ ਚਰਨ ਸਿਪਾਏ। ਬੈਠੀ ਰਾਣੀ ਦੀ ਗੋਦੀ ਦੇ ਵਿੱਚ ਉਸਦੇ ਭਰਮ ਮਿਟਾਏ। ਬੈਠੀ ਰਾਣੀ ਦੀ ਗੋਦੀ ਦੇ ਵਿੱਚ ਉਸਦੇ ਭਰਮ ਮਿਟਾਏ। ਬਹਿ ਕੇ ਸਤਿਗੁਰ ਗੋਦੀ ਦੇ ਵਿੱਚ ਪਿਆ ਠੰਡ ਵਰਤਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਦਿੱਲੀ ਵਿੱਚ ਫੈਲੀ ਮਹਾਮਾਰੀ ਸਤਿਗੁਰ ਕਸ਼ਟ ਨਿਵਾਰੇ। ਦੀਨ ਦੁਖੀ ਦੀ ਸੇਵਾ ਕਰਕੇ ਕਸ਼ਟ ਆਪਣੇ ਉੱਤੇ ਸਹਾਰੇ। ਪਾਲਾ ਪ੍ਰੀਤਮ 8ਵੇਂ ਸਤਿਗੁਰ ਤਾਈਓ ਦੁੱਖ ਭੰਜਨ ਕਹਿਲਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਸੋ ਕਵਿਤਾ ਦੇ ਆਖਰੀ ਬੰਦ ਦੇ ਨਾਲ ਸਮਾਪਤੀ ਹੈ ਜੀ। ਬਹੁਤ ਖੂਬ, ਬਹੁਤ ਵਧੀਆ ਬਵਨੀਤ, ਸ਼ਾਬਾਸ਼। ਥੈਂਕ ਯੂ ਬਹੁਤ ਬਹੁਤ। ਬੰਗਲਾ ਸਾਹਿਬ ਜਗ੍ਹਾ ਹੈ ਜਿੱਥੇ ਸਤਿਗੁਰ ਡੇਰੇ ਲਾਏ। ਸੇਵਾ ਤੇ ਸਿਮਰਨ ਦੇ ਸਤਿਗੁਰ ਨਵੇਂ ਹੀ ਰਾਹ ਦਿਖਾਏ। ਅੰਤ ਸਮੇਂ ਵਿੱਚ ਸਤਿਗੁਰ ਮੇਰੇ ਬਾਬਾ ਬਕਾਲਾ ਆਖ ਸੁਣਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ।
हाथ दे के उस मालक ने परनित आपे शब्द लिखाए। श्री हरि कृष्ण ते आइए जिस डिठे सब दुख जाए। श्री हरि कृष्ण ते आइए जिस डिठे सब दुख जाए। वाहिगुरु जी का खालसा वाहिगुरु जी की वाहिगुरु फतेह। जी की फतेह। बहुत बढ़िया, शाबाश बबली। वाह जी वाह। ਸੋ ਹੁਣ ਮੈਂ ਬੇਨਤੀ ਕਰਾਂਗੀ ਮੈਡਮ ਜਸਪ੍ਰੀਤ ਕੌਰ ਫਲਕ ਜੀ ਨੂੰ, ਜੋ ਕਵਿਤਾ ਕਥਾਕਾਰਵਾਂ ਮੰਚ ਦੇ ਫਾਊਂਡਰ ਵੀ ਨੇ, ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਤੇ ਬਹੁਤ ਸਾਰੀਆਂ ਰਚਨਾਵਾਂ ਤੇ ਕਾਵ ਸੰਗ੍ਰਹਿ ਇਹਨਾਂ ਨੇ ਸਾਹਿਤ ਦੀ ਝੋਲੀ ਪਾਏ ਨੇ। ਸੋ ਹੁਣ ਮੈਂ ਮੈਡਮ ਜਸਪ੍ਰੀਤ ਕੌਰ ਫਲਕ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਆ ਕੇ ਆਪਣੀ ਰਚਨਾ ਪੇਸ਼ ਕਰਨ ਜੀ। ਮੈਡਮ ਜਸਪ੍ਰੀਤ ਕੌਰ ਫਲਕ। ਵਾਹ ਜੀ ਵਾਹ। ਸੁਨੀਤ ਜੀ, ਅੱਜ ਦਾ ਕਵੀ ਦਰਬਾਰ ਜੋ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ, ਜਿਹਦੇ ਵਿੱਚ ਅੱਜ ਦੀ ਪ੍ਰਧਾਨਗੀ ਨਿਭਾ ਰਹੇ ਨੇ ਸਾਡੇ ਬਹੁਤ ਹੀ ਆਦਰਣੀय ਮਾਨਯੋਗ ਕਰਮਜੀਤ ਸਿੰਘ ਜੀ ਨੂਰ ਜੀ, ਤੇ ਵਿਸ਼ੇਸ਼ ਮਹਿਮਾਨ ਹਨ ਸਾਡੇ ਡਾਕਟਰ ਹਰੀ ਸਿੰਘ ਜਾਚਕ ਜੀ। ਤੇ ਮੈਂ ਹੁਣ ਇੱਕ ਆਪਣੇ ਗੀਤ ਨਾਲ ਕਵੀ ਦਰਬਾਰ ਵਿੱਚ ਹਾਜ਼ਰੀ ਲਗਵਾਉਂਗੀ। ਆਓ ਜੀ, ਜੀ ਆ, ਸ਼ਾਬਾਸ਼। ਦੁਖੜੇ ਨਿਵਾਰਨ ਵਾਲਾ ਨੰਨਾ ਬਾਲ ਗੁਰੂ। ਦੁਖੜੇ ਨਿਵਾਰਨ ਵਾਲਾ ਨੰਨਾ ਬਾਲ ਗੁਰੂ, ਜੀਵਨ ਕਰੇ ਸੁਖਾਲਾ ਨੰਨਾ ਬਾਲ ਗੁਰੂ, ਜੀਵਨ ਕਰੇ ਸੁਖਾਲਾ ਨੰਨਾ ਬਾਲ ਗੁਰੂ। ਨੂਰ ਉਹਦੇ ਨੈਣਾ ਦਾ, ਨੂਰ ਉਹਦੇ ਨੈਣਾ ਦਾ ਸਭ ਨੂੰ ਖਿੱਚਦਾ ਹੈ, ਉਹਦੇ ਰੂਪ ਚ ਸਭ ਨੂੰ ਰੱਬ ਦਿਸਦਾ ਹੈ। ਵਾਹ ਵਾਹ। ਨੂਰ ਉਹਦੇ ਨੈਣਾ ਦਾ ਸਭ ਨੂੰ ਖਿੱਚਦਾ ਹੈ, ਉਹਦੇ ਰੂਪ ਚ ਸਭ ਨੂੰ ਰੱਬ ਦਿਸਦਾ ਹੈ। ਨਦਰੀ ਨਦਰ ਨਿਹਾਲਾ ਨੰਨਾ ਬਾਲ ਗੁਰੂ, ਦੁਖੜੇ ਨਿਵਾਰਨ ਵਾਲਾ ਨੰਨਾ ਬਾਲ ਗੁਰੂ। ਦੀਨ ਦੁਖੀ ਦੀ ਸੇਵਾ ਮੰਤਵ ਜਿਸਦਾ ਹੈ, ਦੀਨ ਦੁਖੀ ਦੀ ਸੇਵਾ ਮੰਤਵ ਜਿਸਦਾ ਹੈ, ਹਰ ਪ੍ਰਾਣੀ ਵਿੱਚ ਉਸਨੂੰ ਨਾਨਕ ਦਿਸਦਾ ਹੈ। ਵਾਹ ਵਾਹ, ਬਹੁਤ ਖੂਬ ਜੀ, ਬਹੁਤ ਖੂਬ ਫਲਕ ਜੀ। ਦੀਨ ਦੁਖੀ ਦੀ ਸੇਵਾ ਮੰਤਵ ਜਿਸਦਾ ਹੈ, ਹਰ ਪ੍ਰਾਣੀ ਵਿੱਚ ਉਸਨੂੰ ਨਾਨਕ ਦਿਸਦਾ ਹੈ। ਸਭਨਾ ਦਾ ਰਖਵਾਲਾ ਨੰਨਾ ਬਾਲ ਗੁਰੂ, ਜੀਵਨ ਕਰੇ ਸੁਖਾਲਾ ਨੰਨਾ ਬਾਲ ਗੁਰੂ। ਵਾਹ ਜੀ ਵਾਹ। ਪਰਉਪਕਾਰੀ ਜਿਸਦੇ ਸਿਰ ਤੇ ਹੱਥ ਧਰੇ, ਪਰਉਪਕਾਰੀ ਜਿਸਦੇ ਸਿਰ ਤੇ ਹੱਥ ਧਰੇ, ਇੱਕ ਗੂੰਗਾ ਵੀ ਗੀਤਾ ਦੇ ਫਿਰ ਅਰਥ ਕਰੇ, ਇੱਕ ਗੂੰਗਾ ਵੀ ਫਿਰ ਗੀਤਾ ਦੇ ਅਰਥ ਕਰੇ। ਚਾਨਣ ਬਖਸ਼ਣ ਵਾਲਾ ਨੰਨਾ ਬਾਲ ਗੁਰੂ, ਜੀਵਨ ਕਰੇ ਸੁਖਾਲਾ ਨੰਨਾ ਬਾਲ ਗੁਰੂ। आखिरी बंद पेश है कि बाल गुरु दा दर्शन कुल संसार करे। बाल गुरु दा दर्शन कुल संसार करे, उसदी रहमत सबदा बेड़ा पार करे, उसदी रहमत सबदा बेड़ा पार करे। हर दुख हरने वाला नन्ना बाल गुरु, दुखड़े निवारण वाला नन्ना बाल गुरु, जीवन करे सुखाला नन्ना बाल गुरु। बाल गुरु, वाह जी वाह, वाह जी वाह, बहुत खूब जी, बहुत खूब। खालसा वाहिगुरु जी की फतेह। वाहिगुरु जी की फतेह।
ਇਹ ਸਨ ਪ੍ਰੋਫੈਸਰ ਜਸਪ੍ਰੀਤ ਕੌਰ ਜੀ ਫਲਕ, ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਜੋ ਕਵਿਤਾ ਕਥਾ ਕਾਰਵਾ ਮੰਚ ਤਿਆਰ ਕੀਤਾ ਹੈ। ਔਰ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਸਮਾਂ ਬਣਦਾ ਹੈ ਤਾਂ ਇਹ ਲਗਾਤਾਰ ਇਸ ਤਰ੍ਹਾਂ ਹੀ, ਕਿਉਂਕਿ ਕਰੋਨਾ ਕਰਕੇ ਸਾਰੇ ਕਵੀ ਦਰਬਾਰ ਅੱਜ ਕੱਲ੍ਹ ਆਨਲਾਈਨ ਹੀ ਚੱਲ ਰਹੇ ਹਨ, ਔਰ ਇਹ ਲਗਾਤਾਰ ਇਸ ਤਰ੍ਹਾਂ ਦੇ ਕਵੀ ਦਰਬਾਰ ਕਰਵਾਉਂਦੇ ਰਹਿੰਦੇ ਹਨ। ਬਹੁਤ ਬਹੁਤ ਧੰਨਵਾਦ ਉਹਨਾਂ ਦਾ, ਜੋ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਜੋ ਅੱਜ ਦਾ ਕਵੀ ਦਰਬਾਰ ਕਰਵਾਇਆ, ਇਹਨਾਂ ਨੇ ਆਪਣੀ ਹਾਜ਼ਰੀ ਵੀ ਲਗਵਾਈ ਹੈ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅੱਜ ਦੇ ਮੁੱਖ ਮਹਿਮਾਨ ਇੰਜੀਨੀਅਰ ਕਰਮਜੀਤ ਸਿੰਘ ਜੀ ਨੂਰ, ਜੋ ਪੇਸ਼ੇ ਵਜੋਂ ਐਕਸੀਅਨ ਰਿਟਾਇਰ ਹਨ ਬਿਜਲੀ ਬੋਰਡ ਤੋਂ, ਔਰ ਦਸ਼ਮੇਸ਼ ਇੰਟਰਨੈਸ਼ਨਲ ਕਵੀ ਸਭਾ ਦੇ ਪ੍ਰਧਾਨ ਹਨ, ਔਰ ਨਾਲ ਹੀ ਜੋ ਸ਼੍ਰੋਮਣੀ ਕਵੀ ਸਭਾ ਹੈ ਉਸ ਦੇ ਵੀ ਮੁੱਖ ਅਹੁਦੇਦਾਰਾਂ ਵਿੱਚ ਜੋ ਇਹ ਸ਼ਾਮਲ ਹਨ। ਔਰ ਕਿਸੇ ਵੀ ਸ਼ਾਇਦ ਕੋਈ ਪੰਥਕ ਸਟੇਜ ਐਸੀ ਨਹੀਂ ਜਿੱਥੇ ਇਹਨਾਂ ਨੇ ਆਪਣੀ ਹਾਜ਼ਰੀ ਨਾ ਲਗਵਾਈ ਹੋਵੇ। ਔਰ ਬੜੀਆਂ ਵਧੀਆ ਜੋ ਸੇਧ ਦੇ ਨੌਜਵਾਨ ਕਵੀਆਂ ਨੂੰ ਵੀ ਦੇ ਰਹੇ ਹਨ, ਔਰ ਉਹਨਾਂ ਨੂੰ ਕਵਿਤਾ ਕਿਸ ਤਰ੍ਹਾਂ ਲਿਖਣੀ ਹੈ ਤਰਾ ਮਿਸਰਾ ਦੇ ਕਰਕੇ ਕਵਿਤਾ ਲਿਖਣ ਦੇ ਗੁਰ ਸਿਖਾਉਂਦੇ ਹਨ। ਸੋ ਅੱਜ ਉਹ ਸਾਡੇ ਦਰਮਿਆਨ ਹਾਜ਼ਰ ਹਨ। ਮੈਂ ਬੇਨਤੀ ਕਰਾਂਗਾ ਇੰਜੀਨੀਅਰ ਕਰਮਜੀਤ ਸਿੰਘ ਨੂਰ ਜੀ ਨੂੰ ਕਿ ਉਹ ਆਪਣੀ ਕਵਿਤਾ ਨਾਲ ਹਾਜ਼ਰੀ ਲਗਵਾਉਣ ਜੀ। ਇੰਜੀਨੀਅਰ ਕਰਮਜੀਤ ਸਿੰਘ ਜੀ ਨੂਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਦੀਪ ਜੀ। ਅੱਜ ਦੇ ਇਸ ਇਤਿਹਾਸਕ ਕਵੀ ਦਰਬਾਰ ਵਿੱਚ ਆਨਲਾਈਨ ਕਾਵਿ ਮੰਚ ਕਵਿਤਾ ਕਥਾ ਕਾਰਵਾਂ ਦੇ ਮਾਧਿਅਮ ਤੋਂ ਹਾਜ਼ਰ ਹਾਂ। ਬਹੁਤ ਸਤਿਕਾਰਯੋਗ ਡਾਕਟਰ ਹਰੀ ਸਿੰਘ ਜਾਚਕ ਜੀ, ਉਹ ਵੀ ਸ਼ੋਭਤ ਨੇ। ਮੇਰੇ ਤੋਂ ਪਹਿਲਾਂ ਬਹੁਤ ਸੁੰਦਰ ਰਚਨਾਵਾਂ ਜਾਚਕ ਸਾਹਿਬ ਨੇ ਵੀ ਹੋਰ ਸਾਰਿਆਂ ਨੇ ਪੇਸ਼ ਕੀਤੀਆਂ ਨੇ। ਤੋ ਮੈਂ ਵੀ ਅੱਜ ਦੇ ਇਸ ਕਵੀ ਦਰਬਾਰ ਵਿੱਚ ਆਪਣੀ ਹਾਜ਼ਰੀ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਚ ਲਗਵਾ ਰਿਹਾ ਹਾਂ। ਅਰਜ਼ ਕਰਦਾ ਹਾਂ ਫਲਕ ਜੀ ਕਿ ਨਹੀਂ ਉਮਰ ਦਾ ਕੋਈ ਸੰਬੰਧ ਹੁੰਦਾ, ਸੂਝ ਸਮਝ ਤੇ ਗਿਆਨ ਧਿਆਨ ਦੇ ਨਾਲ। ਵਾਹ ਵਾਹ। ਨਹੀਂ ਉਮਰ ਦਾ ਕੋਈ ਸੰਬੰਧ ਹੁੰਦਾ, ਸੂਝ ਸਮਝ ਤੇ ਗਿਆਨ ਧਿਆਨ ਦੇ ਨਾਲ ਬਾਲੀ ਉਮਰ ਦੇ ਵਿੱਚ ਵੀ ਜੁੜ ਸਕਦਾ ਹੈ। ਇੱਥੇ ਕੋਈ ਇਨਸਾਨ ਭਗਵਾਨ ਦੇ ਨਾਲ ਪੂਰਾ ਹੋ ਸਕਦਾ ਹੈ। ਹਰ ਇੱਕ ਬੋਲ ਉਸ ਦਾ ਜੋ ਵੀ ਬੋਲਦਾ ਬੋਲ ਜ਼ੁਬਾਨ ਦੇ ਨਾਲ, ਕਈਆਂ ਪਿਛਲੀਆਂ ਜਨਮਾਂ ਦਾ ਤਪ ਲੈ ਕੇ ਆਉਂਦਾ ਜੱਗ ਤੇ ਨਵੀਂ ਪਹਿਚਾਨ ਦੇ ਨਾਲ। ਕਈਆਂ ਪਿਛਲੀਆਂ ਜਨਮਾਂ ਦਾ ਤਪ ਲੈ ਕੇ ਆਉਂਦਾ ਜੱਗ ਤੇ ਨਵੀਂ ਪਹਿਚਾਨ ਦੇ ਨਾਲ। ਗੁਰੂ ਉਹੀ ਹੁੰਦਾ ਹੈ ਜੋ ਮਨੁੱਖਤਾ ਨੂੰ ਵੰਡ ਗੁਰਮਤਿ ਗਿਆਨ ਦੀ ਲੋ ਸਕਦਾ ਹੈ। ਉਹ 80 ਸਾਲ ਦਾ ਬਿਰਧ ਵੀ ਹੋ ਸਕਦਾ, ਉਹ 5 ਸਾਲ ਦਾ ਬਾਲ ਵੀ ਹੋ ਸਕਦਾ। ਵਾਹ ਜੀ ਵਾਹ। ਬੋਲੇ ਸੋਨਿਹਾਲ। ਧੰਨਵਾਦ ਜੀ। ਤੇ ਅਗਲਾ ਬੰਦ ਦੇਖਣਾ ਕਿ 1656 ਦਾ ਸਾਲ ਸੀ ਉਹ, ਤੇ ਤਾਰੀਖ ਸੀ 7 ਜੁਲਾਈ ਉਦੋਂ। ਹੁਣ ਕੈਲੰਡਰਾਂ ਦੇ ਬਦਲਣ ਕਰਕੇ ਤਰੀਕ ਬਦਲ ਰਹੀ ਹੈ। ਤੋ ਉਸ ਵੇਲੇ ਜਦੋਂ ਪ੍ਰਕਾਸ਼ ਹੋਇਆ ਸਾਹਿਬਾਂ ਦਾ, ਉਦੋਂ 7 ਜੁਲਾਈ ਡੇਟ ਸੀ। ਅਰਜ਼ ਕਰ ਰਿਹਾ ਕਿ 1656 ਦਾ ਸਾਲ ਸੀ ਉਹ, ਤੇ ਤਾਰੀਖ ਸੀ 7 ਜੁਲਾਈ ਉਦੋਂ। ਪ੍ਰਗਟ ਹੋਇਆ ਗੁਰੂ ਨਾਨਕ ਦਾ ਨੂਰ 8ਵਾਂ, ਕੀਰਤਪੁਰ ਵਿੱਚ ਹੋਈ ਰੁਸ਼ਨਾਈ ਉਦੋਂ। ਗੁਰੂ ਪਿਤਾ ਹਰਾਏ ਪ੍ਰਸੰਨ ਹੋਏ, ਤੇ ਮਾਂ ਕ੍ਰਿਸ਼ਨ ਕੌਰ ਨੇ ਖੁਸ਼ੀ ਮਨਾਈ ਉਦੋਂ। ਨਾਮ ਬਾਲਕੇ ਦਾ ਹਰ ਕ੍ਰਿਸ਼ਨ ਰੱਖਿਆ, ਵੰਡੀ ਨਗਰ ਵਿੱਚ ਗਈ ਮਠਿਆਈ ਉਦੋਂ। ਵਾਹ ਵਾਹ ਜੀ। ਕਾਇਨਾਤ ਵੀ ਖੁਸ਼ੀ ਵਿੱਚ ਨੱਚ ਰਹੀ ਸੀ। ਕਾਇਨਾਤ ਵੀ ਖੁਸ਼ੀ ਵਿੱਚ ਨੱਚ ਰਹੀ ਸੀ, ਝੂਮ ਰਹੀ ਸੀ ਸਾਰੀ ਖੁਦਾਈ ਉਦੋਂ। ਮੁਖੜਾ ਤੱਕ ਕੇ ਫੁੱਲ ਗੁਲਾਬ ਵਰਗਾ, ਕੁਦਰਤ ਜਾਵੇ ਨਾ ਫੁੱਲੀ ਸਮਾਈ ਉਦੋਂ। ਮੁਖੜਾ ਤੱਕ ਕੇ ਫੁੱਲ ਗੁਲਾਬ ਵਰਗਾ, ਕੁਦਰਤ ਜਾਵੇ ਨਾ ਫੁੱਲੀ ਸਮਾਈ ਉਦੋਂ। ਤੋ ਸ਼ੇਰ ਸੁਣਿਓ ਸਰਬ ਜੀ। ਕੀਰਤਪੁਰ ਦੇ ਗਗਨ ਤੇ ਚੰਨ ਚੜਿਆ, 4 ਚੁਫੇਰਿਓਂ ਚਾਨਣੀ ਚੋਣ ਲੱਗੀ। ਕੀਰਤਪੁਰ ਦੇ ਗਗਨ ਤੇ ਚੰਨ ਚੜਿਆ, 4 ਚੁਫੇਰਿਓਂ ਚਾਨਣੀ ਚੋਣ ਲੱਗੀ। ਕੁਦਰਤ ਉਹਦੇ ਸਵਾਗਤ ਵਿੱਚ ਤਾਰਿਆਂ ਦੀ ਹੱਥੀਂ ਆਪਣੀ ਮਾਲਾ ਪਰੋਣ ਲੱਗੀ।
ਉਹਦੇ ਸਵਾਗਤ ਲਈ ਤਾਰਿਆਂ ਦੀ ਹੱਥੀਂ ਆਪਣੀ ਮਾਲਾ ਪਰੋਣ ਲੱਗੀ। ਮਾਰ ਮਾਰ ਛੱਟੇ ਚਿੱਟੀ ਚਾਨਣੀ ਦੇ ਮਾਲਣ ਬਾਗ ਦੇ ਫੁੱਲਾਂ ਨੂੰ ਧੋਣ ਲੱਗੀ। ਕ੍ਰਿਸ਼ਨ ਕੌਰ ਦੇ ਕ੍ਰਿਸ਼ਨ ਦੇ ਦਰਸ਼ਨਾਂ ਲਈ ਕਲੀ ਕਲੀ ਤੋਂ ਅੱਗੇ ਖਲੋਣ ਲੱਗੀ। ਵਾਹ ਵਾਹ ਸੋਨੇਹਾਲ ਸਤਿ ਸ੍ਰੀ ਅਕਾਲ। ਬਹੁਤ ਖੂਬ, ਬਹੁਤ ਵਧੀਆ ਨੂਰ ਸਾਹਿਬ, ਕਮਾਲ। ਜਾਚਕ ਸਾਹਿਬ ਮਾਰ ਮਾਰ ਛੱਟੇ ਚਿੱਟੀ ਚਾਨਣੀ ਦੇ ਮਾਲਣ ਬਾਗ ਦੇ ਫੁੱਲਾਂ ਨੂੰ ਧੋਣ ਲੱਗੀ। ਕ੍ਰਿਸ਼ਨ ਕੌਰ ਦੇ ਕ੍ਰਿਸ਼ਨ ਦੇ ਦਰਸ਼ਨਾਂ ਲਈ ਕਲੀ ਕਲੀ ਤੋਂ ਅੱਗੇ ਖਲੋਣ ਲੱਗੀ। ਤੇ 5 ਸਾਲ ਦਾ ਬਾਲ ਜਦ ਗੁਰੂ ਬਣਿਆ, 5 ਸਾਲ ਦਾ ਬਾਲ ਜਦ ਗੁਰੂ ਬਣਿਆ, ਸਿੱਖੀ ਨਵੀਆਂ ਬੁਲੰਦੀਆਂ ਛੋਹਣ ਲੱਗੀ। ਉਹਦੀ ਕੀਰਤੀ ਕੀਰਤਪੁਰ ਵਿੱਚ ਹੀ ਨਹੀਂ, ਕੀਰਤਪੁਰ ਤੋਂ ਬਾਹਰ ਵੀ ਹੋਣ ਲੱਗੀ। ਵਾਹ ਜੀ। ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ। ਬਹੁਤ ਧੰਨਵਾਦ ਜਾਚਕ ਸਾਹਿਬ। 5 ਸਾਲ ਦਾ ਬਾਲ ਜਦ ਗੁਰੂ ਬਣਿਆ, ਸਿੱਖੀ ਨਵੀਆਂ ਬੁਲੰਦੀਆਂ ਛੋਹਣ ਲੱਗੀ। ਉਹਦੀ ਕੀਰਤੀ ਕੀਰਤਪੁਰ ਵਿੱਚ ਹੀ ਨਹੀਂ, ਕੀਰਤਪੁਰ ਤੋਂ ਬਾਹਰ ਵੀ ਹੋਣ ਲੱਗੀ। ਤੇ 5 ਸਾਲ ਸੀ ਉਮਰ ਜਦ ਗੁਰੂ 7ਵੇਂ ਯੋਗ ਸਮਝ ਕੇ ਬਾਲ ਹਰਕ੍ਰਿਸ਼ਨ ਜੀ ਨੂੰ 5 ਸਾਲ ਦੀ ਉਮਰ ਸੀ। 5 ਸਾਲ ਸੀ ਉਮਰ ਜਦ ਗੁਰੂ 7ਵੇਂ ਯੋਗ ਸਮਝ ਕੇ ਹਰੀ ਕ੍ਰਿਸ਼ਨ ਜੀ ਨੂੰ ਕੀਤਾ ਰੱਜ ਕੇ ਸਿੱਖੀ ਪਰ 5 ਸਾਲ ਸੀ ਉਮਰ ਜਦ ਗੁਰੂ 7ਵੇਂ ਯੋਗ ਸਮਝ ਕੇ ਬਾਲ ਹਰਕ੍ਰਿਸ਼ਨ ਜੀ ਨੂੰ ਵਾਗ ਡੋਰ ਨਾਨਕ ਨਿਰਮਲ ਪੰਥ ਵਾਲੀ ਐਸੀ ਦਿੱਤੀ ਸੰਭਾਲ ਹਰਕ੍ਰਿਸ਼ਨ ਜੀ ਨੂੰ। ਵਾਹ ਜੀ। ਵਾਗ ਡੋਰ ਨਾਨਕ ਨਿਰਮਲ ਪੰਥ ਵਾਲੀ ਐਸੀ ਦਿੱਤੀ ਸੰਭਾਲ ਹਰ ਕ੍ਰਿਸ਼ਨ ਜੀ ਨੂੰ ਕੀਤਾ ਰੱਜ ਕੇ ਸਿੱਖੀ ਪ੍ਰਚਾਰ ਬੇਸ਼ੱਕ ਪਰ ਮਿਲੇ 3 ਕੁ ਸਾਲ ਹਰ ਕ੍ਰਿਸ਼ਨ ਜੀ ਨੂੰ। ਵਾਹਿਗੁਰੂ ਵਾਹਿਗੁਰੂ। ਗੱਦੀ ਦੀ ਉਮਰ ਕੇਵਲ 3 ਕੁ ਸਾਲ ਰਹੀ ਉਹਨਾਂ ਦੀ। ਕੀਤਾ ਰੱਜ ਕੇ ਸਿੱਖੀ ਪ੍ਰਚਾਰ ਬੇਸ਼ੱਕ ਮਿਲੇ 3 ਹੀ ਸਾਲ ਹਰ ਕ੍ਰਿਸ਼ਨ ਜੀ ਨੂੰ, ਪਰ ਸਾਰੇ ਦੁੱਖ ਮਿਟ ਜਾਂਦੇ ਜੋ ਸਿਮਰਦਾ ਹੈ ਸ਼ਰਧਾ ਭਾਵਨਾ ਨਾਲ ਹਰ ਕ੍ਰਿਸ਼ਨ ਜੀ। ਵਾਹ ਜੀ ਵਾਹ। ਬੋਲੇ ਸ੍ਰੀ ਹਰਿਕ੍ਰਿਸ਼ਨ ਸੋਨੇਹਾਲ ਸਤਿ ਸ੍ਰੀ ਅਕਾਲ। ਧੰਨਵਾਦ ਫਲਕ ਜੀ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ, ਸਾਰੇ ਦੁੱਖ ਮਿਟ ਜਾਂਦੇ ਜੋ ਸਿਮਰਦਾ ਹੈ ਸ਼ਰਧਾ ਭਾਵਨਾ ਨਾਲ ਹਰਕ੍ਰਿਸ਼ਨ ਜੀ ਨੂੰ। ਤੇ ਅੰਬਰ ਤੀਕ ਜਦ ਉਹਦੀ ਖੁਸ਼ਬੋਈ ਫੈਲੀ, ਅੰਬਰ ਤੀਕ ਜਦ ਉਹਦੀ ਖੁਸ਼ਬੋਈ ਫੈਲੀ, ਬਾਲ ਗੁਰੂ ਦੀ ਮਹਿਮਾ ਅਥਾਹ ਹੋ ਗਈ। ਹਾਕਮ ਹਿੰਦ ਦੇ ਔਰੰਗਜ਼ੇਬ ਨੂੰ ਵੀ 8ਵੇਂ ਗੁਰਾਂ ਨੂੰ ਮਿਲਣ ਦੀ ਚਾਹ ਹੋ ਗਈ। ਵਾਹ ਜੀ। ਔਰੰਗਜ਼ੇਬ, ਹਾਕਮ ਹਿੰਦ ਦੇ ਔਰੰਗਜ਼ੇਬ ਨੂੰ ਵੀ 8ਵੇਂ ਗੁਰਾਂ ਨੂੰ ਮਿਲਣ ਦੀ ਚਾਹ ਹੋ ਗਈ। ਇਧਰ ਛੋਟੇ ਭਰਾ ਨੂੰ ਮਿਲੀ ਗੱਦੀ, ਹੋਇਆ ਰਾਮ ਰਾਏ ਸੜ ਕੇ ਲਾਲ ਉਧਰੋਂ। ਇਧਰ ਛੋਟੇ ਭਰਾ ਨੂੰ ਮਿਲੀ ਗੱਦੀ, ਹੋਇਆ ਰਾਮ ਰਾਏ ਸੜ ਕੇ ਲਾਲ ਉਧਰ। ਔਰੰਗਜ਼ੇਬ ਨੂੰ ਜਾ ਸ਼ਿਕਾਇਤ ਕੀਤੀ ਤੇ ਧੀਰ ਮੱਲ ਵੀ ਰਲ ਗਿਆ ਨਾਲ ਉਧਰ। ਔਰੰਗਜ਼ੇਬ ਨੂੰ ਜਾ ਸ਼ਿਕਾਇਤ ਕੀਤੀ, ਧੀਰ ਮੱਲ ਵੀ ਰਲ ਗਿਆ ਨਾਲ ਉਧਰ। ਤੋ ਸ਼ੇਰ ਸੁਣਨਾ ਕਿ ਔਰੰਗਜ਼ੇਬ ਨੇ ਕਿਹਾ, ਸੁਣ ਰਾਮ ਰਾਏ, ਐਵੇਂ ਫਟਾਫਟ ਤੈਸ਼ ਵਿੱਚ ਆਈਦਾ ਨਹੀਂ। ਵਾਹਿਗੁਰੂ। ਔਰੰਗਜ਼ੇਬ ਨੇ ਕਿਹਾ, ਸੁਣ ਰਾਮ ਰਾਏ, ਐਵੇਂ ਫਟਾਫਟ ਤੈਸ਼ ਵਿੱਚ ਆਈਦਾ ਨਹੀਂ। ਓਏ ਬਾਤ ਹੋਵੇ ਤੇ ਉਸ ਦੀ ਬਾਤ ਕਰੀਏ, ਬਿਨਾ ਬਾਤੋਂ ਬਤੰਗੜ ਬਣਾਈਦਾ ਨਹੀਂ। ਵਾਹਿਗੁਰੂ ਵਾਹ ਜੀ ਵਾਹ। ਬਾਤ ਹੋਵੇ ਤੇ ਉਸ ਦੀ ਬਾਤ ਕਰੀਏ, ਬਿਨਾ ਬਾਤੋਂ ਬਤੰਗੜ ਬਣਾਈਦਾ ਨਹੀਂ। ਹਰ ਕ੍ਰਿਸ਼ਨ ਹੈ ਤੇ ਛੋਟਾ ਭਾਈ ਤੇਰਾ, ਉਹ ਭਾਈਆਂ ਵਿੱਚ ਵਾਦ ਵਧਾਈ ਦਾ ਨਹੀਂ। ਵੱਡੇ ਗੁਰਾਂ ਦੀ ਸ਼ਕਤੀ ਹੈ ਕੋਲ ਉਸਦੇ, ਸ਼ਕਤੀ ਸਾਹਮਣੇ ਜ਼ੋਰ ਅਜਮਾਈ ਦਾ ਨਹੀਂ। ਵੱਡੇ ਗੁਰਾਂ ਦੀ, ਗੁਰੂ ਨਾਨਕ ਪਾਤਸ਼ਾਹ ਦੀ, ਵੱਡੇ ਗੁਰਾਂ ਦੀ ਸ਼ਕਤੀ ਹੈ ਕੋਲ ਉਸਦੇ, ਸ਼ਕਤੀ ਸਾਹਮਣੇ ਜ਼ੋਰ ਅਜਮਾਈ ਦਾ ਨਹੀਂ। ਔਰੰਗਜ਼ੇਬ ਕਹਿ ਰਿਹਾ, ਧਨ ਦੌਲਤ ਜੋ ਚਾਹੀਦੀ ਲੈ ਮੈਥੋਂ, ਤੇਰੇ ਨਾਂ ਜਾਗੀਰ ਲਗਵਾ ਦੇਣਾ। ਧਨ ਦੌਲਤ ਜੇ ਚਾਹੀਦੀ ਲੈ ਮੈਥੋਂ, ਤੇਰੇ ਨਾਂ ਜਾਗੀਰ ਲਗਵਾ ਦੇਣਾ। ਉਹ ਕਰਾਮਾਤੀ ਹੈ, ਤੂੰ ਗੱਦੀ ਚਲਾ ਆਪਣੀ, ਦੇਹਰਾਦੂਨ ਵਿੱਚ ਡੇਰਾ ਬਣਵਾ ਦੇਣਾ। ਦੇਹਰਾਦੂਨ ਵਿੱਚ ਡੇਰਾ ਬਣਵਾ ਦੇਣਾ। ਪਰ ਰਾਮ ਰਾਏ ਆਪਣੀ ਜ਼ਿੱਦ ਤੇ ਕਾਇਮ ਸੀ। ਉਹ ਕੀ ਕਹਿੰਦਾ? ਰਾਮ ਰਾਏ ਨੇ ਮੋੜ ਕੇ ਗੱਲ ਮੋੜੀ। ਮੇਰੀ ਗੱਲ ਤੇ ਗੌਰ ਫਰਮਾਓ ਤੇ ਸਹੀ। ਹਾਂ ਪਲਕ ਜੀ, ਹਾਂਜੀ। ਰਾਮ ਰਾਏ ਨੇ
ਮੋੜ ਕੇ ਗੱਲ ਮੋੜੀ, ਉਹ ਮੇਰੀ ਗੱਲ ਤੇ ਗੌਰ ਫਰਮਾਓ ਤੇ ਸਹੀ, ਏਡਾ ਬਾਲ ਗੁਰਗੱਦੀ ਸੰਭਾਲ ਸਕਦਾ, ਤੁਸੀਂ ਉਸ ਨੂੰ ਭਲਾ ਅਜਮਾਓ ਤੇ ਸਹੀ। ਏਡਾ ਬਾਲ ਗੁਰਗੱਦੀ ਨੂੰ ਸਾਂਭ ਸਕਦਾ, ਤੁਸੀਂ ਉਸ ਨੂੰ ਭਲਾ ਅਜਮਾਓ ਤੇ ਸਹੀ। ਵੱਡਾ ਮੈਂ ਹਾਂ, ਗੱਦੀ ਹੈ ਹੱਕ ਮੇਰਾ, ਮੇਰਾ ਹੱਕ ਇਹ ਮੈਨੂੰ ਦਿਵਾਓ ਤੇ ਸਹੀ। ਓਏ ਕਰੋ ਮੇਰੀ ਸ਼ਿਕਾਇਤ ਤੇ ਕਾਰਵਾਈ, ਤੇ ਜ਼ਰਾ ਉਸ ਨੂੰ ਦਿੱਲੀ ਬੁਲਾਓ ਤੇ ਸਹੀ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਵੱਡਾ ਮੈਂ ਹਾਂ, ਗੱਦੀ ਹੈ ਹੱਕ ਮੇਰਾ, ਮੇਰਾ ਹੱਕ ਇਹ ਮੈਨੂੰ ਦਿਵਾਓ ਤੇ ਸਹੀ। ਕਰੋ ਮੇਰੀ ਸ਼ਿਕਾਇਤ ਤੇ ਕਾਰਵਾਈ, ਜ਼ਰਾ ਉਸ ਨੂੰ ਦਿੱਲੀ ਬੁਲਾਓ ਤੇ ਸਹੀ। ਝੂਠੇ ਲੋਕਾਂ ਦੀ ਝੂਠੀ ਸ਼ਿਕਾਇਤ ਉੱਤੇ ਝੂਠਾ ਕੇਸ ਬਣਾ ਲਿਆ ਬਾਦਸ਼ਾਹ ਨੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਉਦੋਂ ਹੀ ਨਹੀਂ ਸੀ ਹੁੰਦਾ, ਅੱਜ ਵੀ ਹੋ ਰਿਹਾ। ਜਾਚਕ ਸਾਹਿਬ, ਝੂਠੇ ਲੋਕਾਂ ਦੀ ਝੂਠੀ ਸ਼ਿਕਾਇਤ ਉੱਤੇ ਝੂਠਾ ਕੇਸ ਬਣਾ ਲਿਆ ਬਾਦਸ਼ਾਹ ਨੇ। ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਆਖਰ ਦਿੱਲੀ ਬੁਲਾ ਲਿਆ ਬਾਦਸ਼ਾਹ ਨੇ। ਵਾਹਿਗੁਰੂ ਵਾਹਿਗੁਰੂ। ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਆਖਰ ਦਿੱਲੀ ਬੁਲਾ ਲਿਆ ਬਾਦਸ਼ਾਹ ਨੇ। ਊਨਾ ਹੋਏ ਭਾਂਡਾ ਬਹੁਤਾ ਸ਼ੋਰ ਕਰਦਾ ਹੈ, ਐ ਪਰ ਭਰੇ ਭਾਂਡੇ ਥੋੜਾ ਖੜਕਦੇ ਨੇ। An empty vessel makes much noise, ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਊਣਾ ਹੋਏ ਭਾਂਡਾ ਬਹੁਤਾ ਸ਼ੋਰ ਕਰਦਾ ਹੈ, ਐ ਪਰ ਭਰੇ ਭਾਂਡੇ ਥੋੜਾ ਖੜਕਦੇ ਨੇ। ਗੁਣੀ ਪੁਰਸ਼ ਹਮੇਸ਼ਾ ਸੰਸਾਰ ਅੰਦਰ, ਗੁਣਹੀਨਾਂ ਦੀਆਂ ਅੱਖਾਂ ਵਿੱਚ ਰੜਕਦੇ ਨੇ। ਗੁਣੀ ਪੁਰਸ਼ ਹਮੇਸ਼ਾ ਸੰਸਾਰ ਅੰਦਰ, ਗੁਣਹੀਨਾਂ ਦੀਆਂ ਅੱਖਾਂ ਵਿੱਚ ਰੜਕਦੇ ਨੇ। ਮਿਲ ਜਾਏ ਕਿਧਰੇ ਵਡਿਆਈ ਜੇ ਦੂਸਰੇ ਨੂੰ, ਅੰਦਰ ਈਰਖਾ ਦੇ ਭਾਂਬੜ ਭੜਕਦੇ ਨੇ। ਪਰ ਜਿਹੜੇ ਸੱਚ ਦੀ ਮੰਜ਼ਿਲ ਦੇ ਹੋਣ ਪਾਂਦੀ, ਨਾ ਉਹ ਅੜਕਦੇ ਨੇ ਨਾ ਉਹ ਧੜਕਦੇ ਨੇ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਦੀਪ ਸਾਹਿਬ, ਸੇਵਕ ਰਾਜੇ ਜੈ ਸਿੰਘ ਦੀ ਬੇਨਤੀ ਤੇ 8ਵੇਂ ਗੁਰਾਂ ਨੇ ਫੁੱਲ ਚੜਾ ਦਿੱਤੇ। ਸੇਵਕ ਰਾਜੇ ਜੈ ਸਿੰਘ ਦੀ ਬੇਨਤੀ ਤੇ 8ਵੇਂ ਗੁਰਾਂ ਨੇ ਫੁੱਲ ਚੜਾ ਦਿੱਤੇ ਤੇ ਲੈ ਕੇ ਨਾਲ ਕੁਝ ਸਿੱਖਾਂ ਪਿਆਰਿਆਂ ਨੂੰ ਦਿੱਲੀ ਵੱਲ ਸਾਹਿਬਾਂ ਚਾਲੇ ਪਾ ਦਿੱਤੇ। ਦਿੱਲੀ ਵੱਲ ਸਾਹਿਬਾਂ ਚਾਲੇ ਪਾ ਦਿੱਤੇ। ਤੋਂ ਰਸਤੇ ਵਿੱਚ ਜੋ ਹੋਇਆ ਪੰਜੋਖਰੇ ਤੇ ਉਸ ਤੋਂ ਅੱਗੇ ਉਹ ਤੁਸੀਂ ਝਾਕੀਆਂ ਸੁਣ ਚੁੱਕੇ ਹੋ। ਮੈਂ ਸ਼ਾਰਟਕਟ ਕਰਦਾ ਹੋਇਆ ਕਵਿਤਾ ਦੇ ਆਖਰੀ ਪੜਾਅ ਤੇ ਇੱਕ ਸਾਂਝੀ ਕਰਕੇ ਘਟਨਾ ਤੇ ਮੈਂ ਆਖਰੀ ਬੰਦ ਕਹਿ ਰਿਹਾ ਹਾਂ ਕਿ ਦਿੱਲੀ ਸ਼ਹਿਰ ਵਿੱਚ, ਜਾਚਕ ਸਾਹਿਬ, ਦਿੱਲੀ ਸ਼ਹਿਰ ਵਿੱਚ ਹੈਜ਼ੇ ਦੀ ਵਬਾ ਫੈਲੀ ਤੇ ਗੁਰਾਂ ਤੜਫਦੀ ਜਦੋਂ ਲੁਕਾਈ ਵੇਖੀ। ਕਈ ਇਤਿਹਾਸਕਾਰ ਚੇਚਕ ਵੀ ਲਿਖਦੇ ਨੇ, ਕਈਆਂ ਨੇ ਹੈਜ਼ਾ ਵੀ ਲਿਖਿਆ, ਪਰ ਬਿਮਾਰੀ ਤੇ ਫੈਲੀ। ਦਿੱਲੀ ਸ਼ਹਿਰ ਵਿੱਚ ਹੈਜ਼ੇ ਦੀ ਵਬਾ ਫੈਲੀ, ਗੁਰਾਂ ਤੜਫਦੀ ਜਦੋਂ ਲੁਕਾਈ ਵੇਖੀ। ਕੀਤੀ ਜਾ ਕੇ ਮਰੀਜ਼ਾਂ ਦੀ ਆਪ ਸੇਵਾ, ਨਾ ਹੀ ਜਾਤ ਵੇਖੀ ਨਾ ਵਡਿਆਈ ਵੇਖੀ। ਕੋਲੇ ਹੋ ਗਿਆ ਭੁੱਜ ਕੇ ਰਾਮ ਰਾਏ, ਮਹਿਮਾ ਗੁਰੂ ਦੀ ਜਾਂ ਦੂਣ ਸਵਾਈ ਵੇਖੀ। ਕੋਲੇ ਹੋ ਗਿਆ ਭੁੱਜ ਕੇ ਰਾਮ ਰਾਏ, ਮਹਿਮਾ ਗੁਰੂ ਦੀ ਦੂਣ ਸਵਾਈ ਵੇਖੀ। ਤੇ ਨੰਗਾ ਹੋ ਗਿਆ ਝੂਠ ਸਭ ਝੂਠਿਆਂ ਦਾ, ਔਰੰਗਜ਼ੇਬ ਨੇ ਜਦੋਂ ਸੱਚਾਈ ਵੇਖੀ। ਵਾਹ 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 ਵਾਹ। ਨੰਗਾ ਹੋ ਗਿਆ ਝੂਠ ਸਭ ਝੂਠਿਆਂ ਦਾ, ਔਰੰਗਜ਼ੇਬ ਨੇ ਜਦੋਂ ਸੱਚਾਈ ਵੇਖੀ। तो जिसने सड़ना है उसने सड़ी जाना, सारी जिंदगी वो सड़दा रह जांदा, ओदे पल्ले नहीं कदे भी कख पैंदा, आखिर झग वांगर जाके बह जांदा। तो अगला आखिरी बंद इस रचना का कह रहा हाँ कि 7 साल ते 8.5 महीने टोटल आरबला गुरु साहब दी। 7 साल ते 8.5 महीने 8वें पातशाह रहे अवतार अंदर। सरब जी शेर सुनियो, 7 साल ते 8.5 महीने 8वें पातशाह रहे अवतार अंदर। बंगला साहब दा सुंदर स्थान बनया, बाला प्रीतम दे अदब सत्कार अंदर। औरंग वड्डियां वड्डियां दे सिर भी झुकन आके, वड्डियां वड्डियां दे सिर भी झुकन आके, बाल गुरु दे पवन दरबार अंदर। औरंगजेब भी परसना लोचदा सी, ऐसी खिच सी ओदे दीदार अंदर। बोले सो निहाल। ਇਹ ਔਰੰਗਜ਼ੇਬ ਦੀ ਬਹੁਤ ਵੱਡੀ ਬਦਕਿਸਮਤੀ ਸੀ
ਕਿ ਗੁਰੂ ਸਾਹਿਬ ਨੇ ਉਹਨੂੰ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਉਹ ਤਰਸਦਾ ਰਿਹਾ ਕਿ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ। ਉਹਨੇ ਆਪਣਾ ਬੇਟਾ ਜਿਹੜਾ ਉਹ ਵੀ ਗੁਰੂ ਸਾਹਿਬ ਦੀ ਉਮਰ ਦਾ ਸੀ, ਉਹਨੂੰ ਫਿਰ ਭੇਜਿਆ ਤੇ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਿਆ, ਉਹਨੂੰ ਭੇਟਾਵਾਂ ਲੈ ਕੇ ਉਹਨੇ ਭੇਜਿਆ। ਤੋ ਉਹ ਵੀ ਇੱਕ ਘਟਨਾ ਹੈ। ਚਲੋ ਇਤਿਹਾਸ ਦੀ ਆਪਾਂ ਆਖਰੀ ਬਾਤ ਕਰ ਰਹੇ ਹਾਂ ਕਿ ਵੱਡਿਆਂ ਵੱਡਿਆਂ ਦੇ ਸਿਰ ਵੀ ਝੁਕਣ ਆ ਕੇ ਬਾਲ ਗੁਰੂ ਦੇ ਪਾਵਨ ਦਰਬਾਰ ਅੰਦਰ ਔਰੰਗਜ਼ੇਬ ਵੀ ਪਰਸਨਾ ਲੋਚਦਾ ਸੀ, ਐਸੀ ਖਿੱਚ ਸੀ ਉਹਦੇ ਦੀਦਾਰ ਅੰਦਰ। ਕੀਤੀ ਗੁਰਾਂ ਸੇਵਾ ਜਿੱਥੇ ਰੋਗੀਆਂ ਦੀ, ਐਨ ਭਿੱਜ ਕੇ ਰੱਬੀ ਪਿਆਰ ਅੰਦਰ। ਅੰਮ੍ਰਿਤਸਰ ਪਿੱਛੋਂ ਬੰਗਲਾ ਸਾਹਿਬ ਦੀ ਵੀ ਅੱਜ ਧੁੰਮ ਹੈ ਪੂਰੇ ਸੰਸਾਰ ਅੰਦਰ। ਵਾਹ ਵਾਹ, ਬੋਲੇ ਸੋਨੇ ਸਤਿ ਸ਼੍ਰੀ ਅਕਾਲ। ਵਾਹ ਜੀ ਕੀਤੀ ਵਾਹ ਗੁਰਾਂ ਨੂਰ ਸਾਹਿਬ। ਜਿੱਥੇ, ਕੀਤੀ ਗੁਰਾਂ ਜਿੱਥੇ ਸੇਵਾ ਰੋਗੀਆਂ ਦੀ, ਐਨ ਭਿੱਜ ਕੇ ਰੱਬੀ ਪਿਆਰ ਅੰਦਰ। ਅੰਮ੍ਰਿਤਸਰ ਪਿੱਛੋਂ ਬੰਗਲਾ ਸਾਹਿਬ ਦੀ ਵੀ ਅੱਜ ਧੁੰਮ ਹੈ ਪੂਰੇ ਸੰਸਾਰ ਅੰਦਰ। तो आखिरी लाइना है सारे शायर साहबान के नूर सतगुरां दी चरण छो सदका है सत्कार ओदा बेहिसाब बनिया। नूर सतगुरां दी चरण छो सदका है सत्कार उसदा बेहिसाब बनिया। जेड़ा बंगला सी राजे जय सिंह दा अज ओ बंगला बंगला साहब बनिया। जेड़ा बंगला सी राजे जय सिंह दा अज ओ बंगला बंगला साहब बनिया। ਅੱਜ ਉਹ ਬੰਗਲਾ ਸਾਹਿਬ ਬਣਿਆ। ਬਹੁਤ ਬਹੁਤ ਧੰਨਵਾਦ। ਵਾਹ ਜੀ ਨੂਰ ਸਾਹਿਬ, ਵਾਹ ਕਮਾਲ ਕਥਾ ਕਰਨ ਦਾ ਜੱਜਕ ਸਾਹਿਬ ਬਹੁਤ ਧੰਨਵਾਦ ਜੀ। ਔਰ ਜਸਪ੍ਰੀਤ ਕੌਰ ਫਲਕ ਜੀ ਦਾ ਜੋ ਮੁੱਖ ਸੰਚਾਲਕ ਨੇ ਇਸ ਮੰਚ ਦੇ ਕਵਿਤਾ ਕਥਾਕਾਰਾਂ, ਇਹਦੀ ਸਮੁੱਚੀ ਟੀਮ ਦਾ ਮੈਂ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇੱਕ ਵਾਰ ਫਿਰ ਜੋ ਅੱਜ ਦੇ ਸਾਡੇ ਮੁੱਖ ਮਹਿਮਾਨ ਇੰਜੀਨੀਅਰ ਕਰਮਜੀਤ ਸਿੰਘ ਜੀ ਨੂਰ ਸਨ, ਉਹਨਾਂ ਨੇ ਬਹੁਤ ਜੋ ਇਤਿਹਾਸ ਨੂੰ ਮੱਦੇ ਨਜ਼ਰ ਰੱਖ ਕੇ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਤੇ ਕਵਿਤਾ ਆਪ ਸਭ ਨਾਲ ਸਾਂਝੀ ਕੀਤੀ ਹੈ। ਬਹੁਤ ਬਹੁਤ ਧੰਨਵਾਦ ਇੰਜੀਨੀਅਰ ਕਰਮਜੀਤ ਸਿੰਘ ਜੀ ਨੂਰ ਜੀ ਦਾ। ਨਾਲ ਹੀ ਜੋ ਅੱਜ ਦੇ ਸਾਡੇ ਇਹਨਾਂ ਦੇ ਨਾਲ ਡਾਕਟਰ ਹਰੀ ਸਿੰਘ ਜਾਚਕ ਜੀ, ਜਿਨ੍ਹਾਂ ਨੇ ਵਿਸ਼ੇਸ਼ ਮਹਿਮਾਨ ਦੀ ਜੋ ਕਵੀ ਦਰਬਾਰ ਦੀ ਸ਼ੁਰੂਆਤ ਡਾਕਟਰ ਹਰੀ ਸਿੰਘ ਜਾਚਕ ਜੀ ਨੇ ਕੀਤੀ ਸੀ ਔਰ ਇੰਜੀਨੀਅਰ ਕਰਮਜੀਤ ਸਿੰਘ ਨੂਰ ਜੀ ਨੇ ਉਸ ਨੂੰ ਬੁਲੰਦੀਆਂ ਤੇ ਪਹੁੰਚਾਇਆ। ਉਸ ਦੇ ਵਿੱਚ ਹੀ ਐਡਵੋਕੇਟ ਭਵਨੀਤ ਕੌਰ ਜੀ ਨੇ ਬੜਾ ਵਧੀਆ ਮੰਚ ਸੰਚਾਲਨ ਕੀਤਾ। ਸਰਬਜੀਤ ਕੌਰ ਸਰਬ ਜੀ ਉੱਤਰਾਖੰਡ ਤੋਂ, ਜਿਨ੍ਹਾਂ ਨੇ ਵਿਸ਼ੇਸ਼ ਹਾਜ਼ਰੀ ਲਗਵਾਈ ਹੈ ਵਿੱਚ। ਔਰ ਜੋ ਕਵਿਤਾ ਕਥਾ ਕਾਰਵਾ ਮੰਚ ਦੇ ਮੁੱਖ ਸੰਚਾਲਕ ਜਸਪ੍ਰੀਤ ਕੌਰ ਫਲਕ ਜੀ, ਜਿਹੜੇ ਜਦੋਂ ਵੀ ਕੋਈ ਇਸ ਤਰ੍ਹਾਂ ਸਬੱਬ ਬਣਦਾ, ਕੋਈ ਗੁਰਪੁਰਬ ਹੁੰਦਾ, ਸੋ ਕਵੀਆਂ ਨੂੰ ਇਕੱਠੇ ਕਰਕੇ ਜੋ ਇਹ ਕਵੀ ਦਰਬਾਰ ਇਸ ਤਰ੍ਹਾਂ ਹੀ ਲਿਖਦੇ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਅੱਜ ਬੜੇ ਸ਼ੋਰਟ ਪੀਰੀਅਡ ਦੇ ਵਿੱਚ ਹੀ ਜੋ ਇਸ ਕਵੀ ਦਰਬਾਰ ਨੂੰ, ਜੋ ਕਵੀਆਂ ਨੂੰ ਇਕੱਤਰ ਕਰਕੇ ਜੋ ਅੱਜ ਦਾ ਕਵੀ ਦਰਬਾਰ ਕਰਵਾਇਆ ਔਰ ਬੜਾ ਚੜ੍ਹਦੀ ਕਲਾ ਨਾਲ ਅੱਜ ਜੋ ਕਵੀ ਦਰਬਾਰ ਹੋਇਆ। ਸੋ ਇੱਕ ਵਾਰ ਫੇਰ ਸਮੂਹ ਕਵੀ ਸਾਹਿਬਾਨ ਦਾ ਔਰ ਅੱਜ ਦੇ ਮੁੱਖ ਮਹਿਮਾਨ, ਸਾਡੇ ਵਿਸ਼ੇਸ਼ ਮਹਿਮਾਨ ਔਰ ਸਰਬਜੀਤ ਕੌਰ ਸਰਬ ਜੀ, ਜਿਹੜੇ ਵਿਸ਼ੇਸ਼ ਤੌਰ ਤੇ ਇਸ ਕਵੀ ਦਰਬਾਰ ਵਿੱਚ ਜੋ ਆਪਣੀ ਹਾਜ਼ਰੀ ਦੇਣ ਲਈ ਪਹੁੰਚੇ ਹਨ, ਉਹਨਾਂ ਦਾ ਵੀ ਧੰਨਵਾਦ। ਐਡਵੋਕੇਟ ਭਵਨੀਤ ਕੌਰ ਜੀ ਔਰ ਪ੍ਰੋਫੈਸਰ ਜਸਪ੍ਰੀਤ ਕੌਰ ਫਲਕ ਜੀ, ਐਡਵੋਕੇਟ ਭਵਨੀਤ ਕੌਰ ਜੀ, ਜਿਨ੍ਹਾਂ ਨੇ ਬੜੀ ਵਧੀਆ ਮੰਚ ਦੀ ਸੰਚਾਲਨਾ ਕੀਤੀ ਹੈ। ਔਰ ਅੱਜ ਦਾ ਜੋ ਪ੍ਰੋਗਰਾਮ ਹੈ ਉਹ ਚੜ੍ਹਦੀ ਕਲਾ ਨਾਲ ਸੰਪੂਰਨ ਹੋਣ ਤੇ ਮੈਂ ਪ੍ਰੋਫੈਸਰ ਜਸਪ੍ਰੀਤ ਕੌਰ ਫਲਕ ਜੀ ਨੂੰ ਵਧਾਈ ਦਿੰਦਾ, ਜਿਹੜੇ ਅੱਗੋਂ ਵੀ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਇਸ ਤਰ੍ਹਾਂ ਹੀ ਉਲੀਕਦੇ ਰਹਿਣਗੇ ਔਰ ਜਿਵੇਂ ਵੀ ਕੋਈ ਹੋਰ ਪ੍ਰੋਗਰਾਮ ਅੱਗੋਂ ਲਿਖਿਆ ਜਾਵੇਗਾ ਆਪ ਜੀ ਦੇ ਸਨਮੁਖ ਦੱਸ ਦਿੱਤਾ ਜਾਵੇਗਾ। ਸੋ ਅੱਜ ਦੀਆਂ ਇੰਨੀਆਂ ਸੇਵਾਵਾਂ ਪ੍ਰਵਾਨ ਕਰਨਾ ਜੀ। ਆਓ ਸਾਰੇ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।